ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੈਂ ਆਪਣੇ ਭੈਣ ਭਰਾਵਾਂ ਦਾ ਸਵਾਗਤ ਕਰਦਾ। ਅੱਜ ਦਾ ਦਿਨ ਸੰਡੇ ਦਾ ਦਿਨ ਆ ਔਰ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਹਾਂ। ਇਹਨਾਂ ਦਿਨਾਂ ਦੇ ਵਿੱਚ ਕੋਵਿਡ ਦੇ ਕਰਕੇ ਸਾਨੂੰ ਇਹ ਮੀਡੀਆ ਯੂਜ਼ ਕਰਨਾ ਪੈ ਰਿਹਾ, ਪਰ ਇਸ ਦੇ ਲਈ ਵੀ ਅਸੀਂ ਪ੍ਰਭੂ ਦਾ ਸ਼ੁਕਰ ਕਰਦੇ ਹਾਂ। ਆਓ ਦੁਆ ਕਰੀਏ। ਔਰ ਦੁਆ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਆਪਣੇ ਕੈਲਗਰੀ ਦੇ ਭੈਣ ਭਰਾਵਾਂ ਦੇ ਲਈ ਦੁਆ ਕਰਨੀ ਮੰਗਦਾ। ਅਤੇ ਜੋ ਕੱਲ੍ਹ ਇੰਨਾ ਵੱਡਾ ਤੂਫਾਨ ਆਇਆ ਜਿਸ ਦੇ ਨਾਲ ਬਹੁਤ ਭਾਰੀ ਨੁਕਸਾਨ ਕੈਲਗਰੀ ਦੇ ਇਲਾਕੇ ਦੇ ਵਿੱਚ ਹੋਇਆ, ਔਰ ਪ੍ਰਭੂ ਦਾ ਸ਼ੁਕਰ ਆ ਕਿ ਪ੍ਰਭੂ ਆਪਣਿਆਂ ਲੋਕਾਂ ਨੂੰ ਭਾਰਿਆਂ ਸਮਿਆਂ ਦੇ ਵਿੱਚ ਆਪਣਿਆਂ ਲੋਕਾਂ ਨੂੰ ਵਰਤਦਾ ਔਰ ਇੱਕ ਤਰ੍ਹਾਂ ਦਾ ਤਾਰਿਆਂ ਦੇ ਵਾਂਗ ਚਮਕਾਉਂਦਾ। ਆਓ ਦੁਆ ਕਰੀਏ। ਪ੍ਰਭੂ ਜੀ, ਤੇਰਾ ਸ਼ੁਕਰ ਕਰਦੇ ਹਾਂ ਤੇਰੀ ਦਇਆ, ਤੇਰੇ ਰਹਿਮ ਦੇ ਲਈ, ਤੇਰੀਆਂ ਬਰਕਤਾਂ ਦੇ ਲਈ ਕਿ ਤੂੰ ਸਾਨੂੰ ਇਹ ਅੱਜ ਦਿਨ ਬਖਸ਼ਿਆ। ਮੈਂ ਕੈਲਗਰੀ ਦੇ ਵਿੱਚ ਰਹਿੰਦੇ ਆਪਣੇ ਭੈਣ ਭਰਾ ਮਸੀਹੀ ਭੈਣ ਭਰਾਵਾਂ ਦੇ ਲਈ ਖਾਸ ਕਰਕੇ ਦੁਆ ਕਰਦਾ। ਖੁਦਾਵੰਦ, ਇਹਨਾਂ ਦਿਨਾਂ ਦੇ ਵਿੱਚ ਮੇਰੇ ਭੈਣ ਭਰਾਵਾਂ ਨੂੰ ਖੂਬ ਵਰਤੀ। ਇਹ ਉਹ ਸਮਾਂ ਕਿ ਵਿਪਤਾ ਦਾ ਸਮਾਂ, ਭਾਰੀ ਸਮਾਂ ਆ, ਔਰ ਪ੍ਰਭੂ ਜੀ ਇਸ ਭਾਰੀ ਸਮੇਂ ਦੇ ਵਿੱਚ ਉਹਨਾਂ ਨੂੰ ਆਪਣੀ ਨਜ਼ਦੀਕੀ ਪਰ ਉਹਨਾਂ ਨੂੰ ਆਪਣੇ ਨਾਮ ਦੇ ਲਈ ਵਰਤੀ। ਤੇਰੇ ਦਾਨੀਅਲ ਦੇ ਵਿੱਚ ਪ੍ਰਭੂ ਜੀ ਲਿਖਿਆ 12ਵੇਂ ਚੈਪਟਰ 'ਚ ਕਿ ਵਿਪਤਾ ਦੇ ਸਮੇਂ ਮੇਰੇ ਲੋਕ ਦੂਸਰਿਆਂ ਦੇ ਕੋਲ ਜਾਣਗੇ ਔਰ ਉਹਨਾਂ ਨੂੰ ਮੇਰੇ ਵੱਲ ਨੂੰ ਮੋੜਨਗੇ ਔਰ ਉਹ ਤਾਰਿਆਂ ਦੇ ਵਾਂਗ ਚਮਕਣਗੇ। ਸੋ ਪ੍ਰਭੂ ਜੀ, ਮੈਂ ਦੁਆ ਕਰਦਾ ਆਪਣੇ ਭੈਣ ਭਰਾਵਾਂ ਦੇ ਲਈ। ਇਸ ਸਮੇਂ ਨੂੰ ਮੈਂ ਤੇਰਿਆਂ ਹੱਥਾਂ 'ਚ ਦਿੰਦਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਆਪਣੇ ਵਚਨ ਨੂੰ ਪ੍ਰਭੂ ਜੀ ਪਵਿੱਤਰ ਆਤਮਾ ਦੇ ਰਾਹੀਂ ਤੂੰ ਸਾਨੂੰ ਸਿਖਾਈ। ਯਿਸੂ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਕ ਖਾਸ ਚੀਜ਼ ਸਿੱਖਣ ਜਾ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਜਿਹੜੀ ਆਪਣੇ ਮੂੰਹ ਦੇ ਨਾਲ ਸਿੱਖਿਆ ਦਿੱਤੀ, ਜਿਸ ਨੂੰ ਅਸੀਂ ਸਰਮਨ ਆਫ ਦਾ ਮਾਊਂਟ ਵੀ ਕਹਿੰਦੇ ਕਿ ਪ੍ਰਭੂ ਯਿਸੂ ਮਸੀਹ ਪਹਾੜ ਦੇ ਉੱਤੇ ਚੜ੍ਹ ਗਏ ਔਰ ਉੱਥੇ ਖੜੇ ਹੋ ਕੇ ਉਹਨਾਂ ਨੇ ਸਭ ਨੂੰ ਸਿੱਖਿਆ ਦਿੱਤੀ। ਔਰ ਉਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਬਹੁਤ ਚੀਜ਼ਾਂ ਕਵਰ ਕੀਤੀਆਂ। ਉਸਨੇ ਸਾਡੀ ਆਤਮਿਕ ਜ਼ਿੰਦਗੀ ਜੋ ਸਾਡੀ ਪਰਮੇਸ਼ਵਰ ਦੇ ਨਾਲ ਉਸ ਨੂੰ ਕਵਰ ਕੀਤਾ। ਉਸਨੇ ਸਾਡੀ ਜ਼ਿੰਦਗੀ ਜਿਹੜੀ ਸਾਡੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਉਸ ਨੂੰ ਕਵਰ ਕੀਤਾ। ਔਰ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਉਸੇ ਹੀ ਵਚਨ ਦੇ ਵਿੱਚ ਸਾਨੂੰ ਸਾਡਾ ਤਨ ਮਨ ਆਤਮਾ ਜੋ ਸਾਡੇ ਆਪਣੇ ਆਪ ਦੇ ਨਾਲ ਕਿੱਦਾਂ ਜੀਣਾ, ਪਰਮੇਸ਼ਵਰ ਦੇ ਨਾਲ ਕਿੱਦਾਂ ਜੀਣਾ, ਭਰਾ ਦੇ ਨਾਲ ਕਿੱਦਾਂ ਜੀਣਾ, ਆਪਣੇ ਆਪ ਦੇ ਨਾਲ ਕਿੱਦਾਂ ਜੀਣਾ। ਸੋ ਪ੍ਰਭੂ ਨੇ ਉਹ ਸਾਰੇ ਹਿੱਸੇ ਸਾਡੇ ਲਈ ਕਵਰ ਕੀਤੇ ਆ। ਕਿੱਦਾਂ ਦੀਆਂ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਹੋਣਗੀਆਂ ਕਿ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਸਿੱਖਿਆਵਾਂ ਖਤਮ ਕਰ ਲਈਆਂ ਔਰ ਅਸੀਂ ਜਿਸ ਵੇਲੇ ਮੱਤੀ ਦੇ 7ਵੇਂ ਭਾਵ ਦੇ ਵਿੱਚ ਆਉਂਦੇ ਹਾਂ ਅਤੇ ਉਸਦੀ ਮੱਤੀ ਦੇ 7ਵੇਂ ਭਾਵ ਦੀ ਆਖਰੀ ਆਇਤ 28ਵੀਂ ਆਇਤ ਦੇ ਵਿੱਚ ਜਿਹੜੇ ਲੋਕ ਉੱਥੇ ਬੈਠੇ ਪ੍ਰਭੂ ਦੀ ਸਿੱਖਿਆਵਾਂ ਨੂੰ ਸੁਣਦੇ ਪਏ ਸੀ, ਔਰ ਜਿਸ ਵੇਲੇ ਪ੍ਰਭੂ ਨੇ ਆਪਣੀਆਂ ਸਿੱਖਿਆਵਾਂ ਖਤਮ ਕਰ ਲਈਆਂ ਅਤੇ ਉਹ ਲੋਕ ਦੇਖੋ ਕੀ ਕਹਿ ਰਹੇ ਆ। ਜਦੋਂ ਯਿਸੂ ਆਪਣੀਆਂ ਸਿੱਖਿਆਵਾਂ ਖਤਮ ਕਰ ਚੁੱਕੇ ਤਾਂ ਲੋਕੀ ਉਹਨਾਂ ਦੇ ਸਿੱਖਿਆਵਾਂ ਦੇਣ ਦੇ ਢੰਗ ਉੱਤੇ ਬਹੁਤ ਹੈਰਾਨ ਹੋਏ। ਉਹ ਲੋਕਾਂ ਨੂੰ ਧਰਮ ਗ੍ਰੰਥੀਆਂ ਦੇ ਵਾਂਗ ਸਿੱਖਿਆ ਨਹੀਂ ਦਿੰਦੇ ਸਨ, ਸਗੋਂ ਪੂਰੇ ਅਧਿਕਾਰ ਦੇ ਨਾਲ ਸਿੱਖਿਆ ਦਿੰਦੇ ਸਨ। ਜਿਸ ਵੇਲੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਾਂਗੇ, ਜਿਸ ਦਾ ਮੈਂ ਥੋੜ੍ਹਾ ਜਿਹਾ ਹਿੱਸਾ ਤੁਹਾਡੇ ਨਾਲ ਖੋਲੂੰਗਾ ਕਿ ਇਹਦਾ ਮਤਲਬ ਕੀ ਹੈ। ਜਿਸ ਵੇਲੇ ਧਰਮ ਗ੍ਰੰਥੀ ਨਵੀ ਅਗਰ ਅਸੀਂ ਨੋਹਾ ਤੋਂ ਲੈ ਲਈਏ ਔਰ ਯਹੂਨਾ ਬਪਤਿਸਮਾ ਤੱਕ ਦੇਣ ਵਾਲੇ ਤੱਕ ਆ ਜਾਈਏ, ਤੇ ਉਹਨਾਂ ਸਾਰਿਆਂ ਨੇ ਜਿਹੜੀ ਸਿੱਖਿਆ ਦਿੱਤੀ ਉਹ ਇਸ ਤਰ੍ਹਾਂ ਦਿੱਤੀ ਕਿ ਪ੍ਰਭੂ ਕਹਿੰਦਾ ਹੈ, ਔਰ ਉਸ ਤੋਂ ਬਾਅਦ ਉਹਨਾਂ ਨੇ ਉਹ ਗੱਲ ਕਹੀ। ਪ੍ਰਭੂ ਕਹਿੰਦਾ ਹੈ ਆਪਣੇ ਬੁਰਿਆਂ ਰਾਹਾਂ ਤੋਂ ਮੋੜੋ। ਪ੍ਰਭੂ ਕਹਿੰਦਾ ਹੈ ਮੈਂ ਤੁਹਾਡੇ ਦੇਸ਼ ਦੇ ਵਿੱਚ ਸ਼ਾਂਤੀ ਲੈ ਕੇ ਆਊਂਗਾ। ਪ੍ਰਭੂ ਕਹਿੰਦਾ ਹੈ ਕਿ ਤੁਸੀਂ ਬਪਤਿਸਮਾ ਪ੍ਰਾਪਤ ਕਰੋ, ਪਛਤਾਵੇ ਦਾ ਬਪਤਿਸਮਾ ਪ੍ਰਾਪਤ ਕਰੋ। ਪ੍ਰਭੂ ਕਹਿੰਦਾ ਹੈ ਕਿ ਪ੍ਰਭੂ ਦੇ ਲਈ ਰਾਹ ਤਿਆਰ ਕਰੋ। ਪਰ ਪ੍ਰਭੂ ਯਿਸੂ ਮਸੀਹ ਨੇ ਇੱਦਾਂ ਨਹੀਂ ਕਿਹਾ। ਪ੍ਰਭੂ ਯਿਸੂ ਮਸੀਹ ਨੇ ਹਮੇਸ਼ਾ ਕਿਹਾ ਮੈਂ ਕਹਿੰਦਾ। ਤੁਸੀਂ ਇਸ ਤਰ੍ਹਾਂ ਸੁਣਿਆ, ਮੈਂ ਕਹਿੰਦਾ। ਤੁਸੀਂ ਇਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ, ਹੁਣ ਤੁਹਾਨੂੰ ਮੈਂ ਦੱਸਦਾ। ਪੂਰੇ ਅਧਿਕਾਰ ਦੇ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਿੱਖਿਆਵਾਂ ਦਿੱਤੀਆਂ। ਸੋ ਕਿੱਦਾਂ ਦੀਆਂ ਸਿੱਖਿਆਵਾਂ ਹੋਣਗੀਆਂ, ਉਹਨਾਂ ਦੇ ਵਿੱਚ ਕੀ ਕੁਛ ਹੋਏਗਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸਾਰੇ ਹਿੱਸੇ ਨੂੰ ਸਾਨੂੰ ਕਮ ਸੇ ਕਮ 2 ਮਹੀਨੇ ਲੱਗਣਗੇ ਇਹਦੇ ਵਿੱਚ ਦੀ ਗੁਜ਼ਰਦਿਆਂ। ਸਾਨੂੰ 8-9 ਸਰਮਨ ਹੋਣਗੇ ਜੋ ਸਾਨੂੰ ਇਹਦੇ ਵਿੱਚੋਂ ਦੀ ਲੈ ਕੇ ਜਾਣਗੇ, ਔਰ ਇਹਨਾਂ ਸਿੱਖਿਆਵਾਂ ਵਿੱਚ ਦੇਖਾਂਗੇ ਪ੍ਰਭੂ ਯਿਸੂ ਮਸੀਹ ਸਾਨੂੰ ਸਿਖਾਉਣਾ ਕੀ ਮੰਗਦੇ ਆ। ਅੱਜ ਦਾ ਦਿਨ ਮੈਂ ਸਿਰਫ ਭੂਮਿਕਾ ਬਣਦਾ ਪਿਆ ਇਹ ਸਿੱਖਿਆਵਾਂ ਕਿੱਦਾਂ ਦੀਆਂ ਸਿੱਖਿਆਵਾਂ,
ਇਹਨਾਂ ਵਿੱਚ ਕਿਹੜੀ ਖਾਸ ਚੀਜ਼ ਆ? ਅਸੀਂ ਜਿਸ ਵੇਲੇ ਯਹੂਨਾ ਦੇ ਵਿੱਚ ਆ ਜਾਂਦੇ ਹਾਂ ਤੇ ਯਹੂਨਾ ਦੇ ਵਿੱਚ ਇੱਕ ਔਰਤ ਆ ਜੋ ਪ੍ਰਭੂ ਯਿਸੂ ਮਸੀਹ ਨੂੰ ਖੂਹ ਦੇ ਉੱਤੇ ਮਿਲਦੀ ਆ। ਔਰ ਬੜੀ ਅਜੀਬ ਚੀਜ਼ ਆ ਕਿ ਪ੍ਰਭੂ ਯਿਸੂ ਮਸੀਹ ਸਿਰਫ ਉਸ ਔਰਤ ਨੂੰ ਮਿਲਣ ਦੇ ਲਈ ਉੱਥੇ ਗਏ। ਯਹੂਦੀ ਲੋਕ ਸਾਮਰੀਆ ਦੇ ਵਿੱਚ ਨਹੀਂ ਜਾਂਦੇ ਸੀ। ਉਹ ਜਿਸ ਵੇਲੇ ਵੀ ਗਲੀਲ ਤੋਂ ਯਹੂਦੀਆ ਨੂੰ ਜਾਂਦੇ ਸੀ ਤਾਂ ਉਹ ਇੱਕ ਲੰਬਾ ਰਸਤਾ ਲੈ ਕੇ ਜਾਂਦੇ ਸੀ ਕਿ ਉਹਨਾਂ ਨੂੰ ਸਾਮਰੀਆ ਦੇ ਵਿੱਚ ਦੀ ਗੁਜ਼ਰਨਾ ਨਾ ਪਵੇ। ਪਰ ਪ੍ਰਭੂ ਯਿਸੂ ਮਸੀਹ ਦੇ ਲਈ ਇਹ ਲਿਖਿਆ ਕਿ ਜਦੋਂ ਯਿਸੂ ਨੂੰ ਇਹ ਪਤਾ ਲੱਗਾ ਕਿ ਫਰੀਸੀਆਂ ਨੇ ਸੁਣ ਲਿਆ ਹੈ ਕਿ ਯਿਸੂ ਯਹੂਨਾ ਤੋਂ ਅਧਿਕ ਚੇਲੇ ਬਣਾਉਂਦਾ ਹੈ ਅਤੇ ਬਪਤਿਸਮਾ ਦਿੰਦਾ ਹੈ, ਭਾਵੇਂ ਯਿਸੂ ਆਪ ਬਪਤਿਸਮਾ ਨਹੀਂ ਦਿੰਦੇ ਸਨ, ਤਾਂ ਉਹਨਾਂ ਨੇ ਯਹੂਦੀਆਂ ਨੂੰ ਛੱਡ ਕੇ ਫਿਰ ਗਲੀਲ ਨੂੰ ਚੱਲ ਪਏ ਅਤੇ ਰਾਹ ਦੇ ਵਿੱਚ ਸਾਮਰੀਆ ਦੇ ਇਲਾਕੇ ਦੇ ਵਿੱਚੋਂ ਦੀ ਉਹਨਾਂ ਦਾ ਲੰਘਣਾ ਜ਼ਰੂਰੀ ਸੀ। ਜ਼ਰੂਰੀ ਸੀ। ਉਹ ਰਸਤੇ ਨੂੰ ਪ੍ਰਭੂ ਨੇ ਜਾਣ ਕੇ ਚੁਣਿਆ ਕਿ ਮੈਂ ਸਾਮਰੀਆ ਦੇ ਵਿੱਚ ਦੀ ਲੰਘਣਾ। ਦੁਪਹਿਰ ਦਾ ਵੇਲਾ ਹੋ ਗਿਆ। ਪ੍ਰਭੂ ਯਿਸੂ ਮਸੀਹ ਵਚਨ ਦੇ ਵਿੱਚ ਲਿਖਿਆ ਕਿ ਉਹ ਇੱਕ ਖੂਹ ਤੇ ਬਹਿ ਗਏ, ਚੇਲੇ ਰੋਟੀ ਪਾਣੀ ਲੈਣ ਚਲੇ ਗਏ। ਔਰ ਜਿਸ ਵੇਲੇ ਉੱਥੇ ਖੂਹ ਤੇ ਇੱਕ ਔਰਤ ਆਈ, ਪ੍ਰਭੂ ਯਿਸੂ ਮਸੀਹ ਉਸ ਨੂੰ ਕਹਿੰਦੇ ਕਿ ਮੈਨੂੰ ਪਾਣੀ ਪਿਲਾ। ਔਰ ਯਿਸੂ ਮਸੀਹ ਨੇ ਆਪਣੇ ਉੱਤੇ ਪ੍ਰੇਅਰ ਸ਼ਾਲ ਲਿਆ ਸੀ ਜੋ ਯਹੂਦੀ ਲੈਂਦੇ ਆ, ਔਰ ਉਹ ਉਸ ਸ਼ਾਲ ਵੱਲ ਨੂੰ ਦੇਖ ਕੇ ਕਹਿੰਦੀ, ਤੂੰ ਤਾਂ ਯਹੂਦੀ ਆ, ਅਸੀਂ ਸਾਮਰੀ ਹਾਂ। ਤੁਸੀਂ ਆਪਣੇ ਆਪ ਨੂੰ ਸ਼ੁੱਧ ਕਹਿੰਦੇ ਆ, ਸਾਨੂੰ ਤੁਸੀਂ ਅਸ਼ੁੱਧ ਕਹਿੰਦੇ ਆ। ਤੂੰ ਮੇਰੇ ਤੋਂ ਪਾਣੀ ਕਿਉਂ ਮੰਗਦਾ ਪਿਆ ਜਦ ਕਿ ਮੈਨੂੰ ਪਤਾ ਕਿ ਤੂੰ ਪੀਣਾ ਨਹੀਂ ਮੇਰਾ ਦਿੱਤਾ ਪਾਣੀ। ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਕਿਹਾ ਕਿ ਅਗਰ ਤੂੰ ਜਾਣਦੀ ਹੁੰਦੀ ਕਿ ਕੌਣ ਤੇਰੇ ਕੋਲੋਂ ਪਾਣੀ ਮੰਗ ਰਿਹਾ ਤਾਂ ਤੂੰ ਉਹਦੇ ਕੋਲੋਂ ਮੰਗਦੀ, ਉਹ ਤੈਨੂੰ ਉਹ ਜਲ ਪੀਣ ਨੂੰ ਦਿੰਦਾ ਕਿ ਤੇਰੇ ਅੰਦਰੋਂ ਸਦੀਪਕ ਜਲ ਦੇ ਚਸ਼ਮੇ ਫੁੱਟਦੇ। ਤੇ ਉਹ ਹੱਸ ਪਈ, ਕਹਿੰਦੀ ਫਿਰ ਤਾਂ ਕਹਿੰਦੀ ਮੈਨੂੰ ਤੂੰ ਉਹ ਹੀ ਪਾਣੀ ਦੇ ਤਾਂ ਕਿ ਮੈਂ ਧਿਆਈ ਨਾ ਹੋਵਾਂ। ਪ੍ਰਭੂ ਯਿਸੂ ਨੇ ਕਿਹਾ ਕਿ ਤੂੰ ਇੱਦਾਂ ਕਰ, ਤੂੰ ਆਪਣੇ ਪਤੀ ਨੂੰ ਸੱਦ ਕੇ ਲਿਆ। ਕਹਿੰਦੀ ਮੇਰਾ ਤਾਂ ਪਤੀ ਹੈ ਨਹੀਂ। ਯਿਸੂ ਕਹਿੰਦਾ 5 ਤੂੰ ਕਰ ਚੁੱਕੀ, ਜਿਹੜਾ 6ਵੇਂ ਨਾਲ ਰਹਿੰਦੀ ਉਹ ਵੀ ਤੇਰਾ ਨਹੀਂ। ਕਹਿੰਦੀ ਹਾਂ ਤੂੰ ਤਾਂ ਕੋਈ ਨਬੀ ਆ, ਪਰ ਤੇਰੇ ਲੋਕ, ਉਸਨੇ ਫਿਰ ਗੱਲ ਨੂੰ ਮੋੜ ਲਿਆ, ਪਰ ਤੇਰੇ ਲੋਕ ਕਹਿੰਦੇ ਆ ਕਿ ਜਿਹੜੀ ਪ੍ਰਸਤਸ਼ ਆ, ਜਿਹੜੀ ਪੂਜਾ ਤੁਸੀਂ ਉਹ ਸਿਰਫ ਜਰੂਸਲਮ ਦੇ ਮੰਦਿਰ ਦੇ ਵਿੱਚ ਕਰ ਸਕਦੇ ਆ। ਸਾਡੇ ਪੁਰਖੇ ਕਹਿੰਦੇ ਆ ਕਿ ਤੁਸੀਂ ਇਸ ਪਹਾੜ ਦੇ ਉੱਤੇ ਆਪਣੀ ਉਸਤ ਪ੍ਰਭੂ ਦੀ ਉਸਤਤ ਕਰੋ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸਮਾਂ ਆ ਰਿਹਾ, ਨਾ ਤਾਂ ਕੋਈ ਉਸ ਪਹਾੜ ਦੇ ਉੱਤੇ ਕਰੇਗਾ ਤੇ ਨਾ ਕੋਈ ਇਸ ਪਹਾੜ ਤੇ ਕਰੇਗਾ, ਕਿਉਂਕਿ ਪ੍ਰਭੂ ਦੇ ਆਰਾਧਕ ਉਸ ਦੀ ਆਰਾਧਨਾ ਸੱਚਾਈ ਤੇ ਆਤਮਾ ਦੇ ਨਾਲ ਕਰਨਗੇ। ਹੁਣ ਮੈਂ ਚੌਥੇ ਪਾਪ ਦੀ 24ਵੀਂ ਆਇਤ ਦੇ ਵਿੱਚ ਆ ਗਿਆ। ਪਰਮੇਸ਼ਵਰ ਆਤਮਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਆਰਾਧਕ ਆਤਮਾ ਅਤੇ ਸੱਚਾਈ ਦੇ ਨਾਲ ਹੀ ਆਰਾਧਨਾ ਕਰਨ। ਔਰ ਉਸ ਔਰਤ ਨੇ ਕਿਹਾ ਮੈਂ ਜਾਣਦੀ ਹਾਂ ਕਿ ਮਸੀਹ ਅਰਥਾਤ ਪਰਮੇਸ਼ਰ ਦਾ ਅਭਿਸ਼ੇਕਤ ਕੀਤਾ ਹੋਇਆ ਆ ਰਿਹਾ ਹੈ। ਜਦੋਂ ਉਹ ਆਏਗਾ ਤੇ ਉਹ ਸਾਨੂੰ ਸਭ ਕੁਝ ਦੱਸੇਗਾ। ਉਸਨੂੰ ਇੰਨਾ ਪਤਾ ਕਿ ਜਿਸਲੇ ਪਰਮੇਸ਼ਰ ਦਾ ਅਭਿਸ਼ੇਕਤ ਕੀਤਾ ਹੋਇਆ ਇਜ਼ਰਾਈਲ ਦੀ ਕੁੱਖ ਤੋਂ ਪੈਦਾ ਹੋਏਗਾ ਤੇ ਉਹ 12 ਕਬੀਲਿਆਂ ਦੀ ਮੁਕਤੀ ਲੈ ਕੇ ਆਏਗਾ। ਇੰਨਾ ਕੁ ਉਸਨੂੰ ਸਿਖਾਇਆ ਗਿਆ ਕਿ ਉਹ 12 ਕਬੀਲਿਆਂ ਦੀ, ਉਹ ਇਕੱਲਾ ਯਹੂਦੀਆਂ ਨੂੰ ਨਹੀਂ ਦੇਖੇਗਾ, ਉਹ ਇਜ਼ਰਾਈਲ ਦੀ ਬਾਕੀ ਕੌਮ ਨੂੰ ਵੀ ਦੇਖਾ, ਇਜ਼ਰਾਈਲ ਦੀ ਬਾਕੀ ਦੀ ਸੰਤਾਨ ਨੂੰ ਵੀ ਦੇਖੇਗਾ, ਅਬਰਾਹਮ ਦੀ ਬਾਕੀ ਦੀ ਸੰਤਾਨ ਨੂੰ ਵੀ ਦੇਖੇਗਾ। ਔਰ ਔਰਤ ਕਹਿੰਦੀ ਮੈਂ ਜਾਣਦੀ ਹਾਂ ਕਿ ਮਸੀਹ ਅਰਥਾਤ ਪਰਮੇਸ਼ਰ ਦਾ ਅਭਿਸ਼ੇਕਤ ਕੀਤਾ ਹੋਇਆ ਆ ਰਿਹਾ ਹੈ, ਜਦੋਂ ਉਹ ਆਏਗਾ ਸਾਨੂੰ ਸਭ ਕੁਝ ਦੱਸੇਗਾ। ਯਿਸੂ ਨੇ ਕਿਹਾ ਮੈਂ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ ਉਹ ਹੈ, ਉਹ ਮੈਂ। ਔਰ ਆਪਣਾ ਕੜਾ ਉੱਥੇ ਸੁੱਟ ਕੇ ਚਲੀ ਗਈ, ਜਾ ਕੇ ਸਾਰੇ ਪਿੰਡ ਨੂੰ ਉਹ ਬੁਲਾ ਲਿਆਈ। ਔਰ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਮੱਤੀ ਦੇ ਵਿੱਚ ਦੁਬਾਰਾ ਜਾਂਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਇਹਨਾਂ ਸਿੱਖਿਆਵਾਂ ਦੇ ਬਾਰੇ ਜੋ ਪ੍ਰਭੂ ਕਹਿ ਰਹੇ ਆ ਉਹ ਕੀ ਆ। ਪ੍ਰਭੂ ਰੂਪ ਕਥਾਵਾਂ ਦੇ ਰਾਹੀਂ
ਲੋਕਾਂ ਨੂੰ ਸਿੱਖਿਆਵਾਂ ਦੇ ਰਿਹਾ ਜਿਸ ਵੇਲੇ ਅਸੀਂ 13ਵੇਂ ਚੈਪਟਰ ਮੱਤੀ ਦੇ ਵਿੱਚ ਆਉਂਦੇ ਹਾਂ। ਔਰ ਰੂਪ ਕਥਾ ਜਿਹੜੀ ਉਹਨਾਂ ਨੇ ਸੁਣਾਈ ਕਿ ਇੱਕ ਕਿਸਾਨ ਬੀਜ ਬੀਜਣ ਗਿਆ, ਉਸਨੇ ਜਿਸਲੇ ਬੀਜ ਦਾ ਛੱਟਾ ਦਿੱਤਾ ਤੇ ਕੁਛ ਜਿਹੜਾ ਬੀਜ ਸੀਗਾ ਉਹ ਰਸਤੇ ਵਿੱਚ ਡਿੱਗ ਗਿਆ, ਜਿਹਨੂੰ ਕਾਂ ਚੁੱਕ ਕੇ ਲੈ ਗਏ। ਕੁਛ ਪੱਥਰਾਂ ਦੇ ਵਿੱਚ ਉਹ ਜਲਦੀ ਜੰਮ ਪਿਆ, ਲੇਕਿਨ ਧੁੱਪ ਆਈ ਤਾਂ ਉਹ ਸੜ ਗਿਆ। ਤੀਜਾ ਕੰਡਿਆਂ ਦੇ ਵਿੱਚ ਜੰਮਿਆ, ਉਹ ਜੰਮ ਤਾਂ ਪਿਆ, ਵਧਿਆ ਵੀ ਜ਼ਰੂਰ, ਪਰ ਕੰਡਿਆਂ ਨੇ ਉਸ ਨੂੰ ਘੇਰ ਲਿਆ ਤੇ ਉਹ ਫਲ ਨਹੀਂ ਦਿੱਤਾ। ਜਿਹੜਾ ਬਾਕੀ ਦਾ ਬੀਜ ਸੀ ਉਹ ਚੰਗੀ ਧਰਤੀ ਤੇ ਡਿੱਗਿਆ ਔਰ ਉਹ 30 ਗੁਣਾ 60 ਗੁਣਾ 100 ਗੁਣਾ ਫਲ ਲੈ ਕੇ ਆਇਆ। ਅਸੀਂ ਸਾਰੇ ਇਸ ਹਿੱਸੇ ਨੂੰ ਜਾਣਦੇ ਹਾਂ। ਪਰ ਚੇਲਿਆਂ ਨੇ ਬਾਅਦ 'ਚ ਪ੍ਰਭੂ ਯਿਸੂ ਮਸੀਹ ਨੇ ਪੁੱਛਿਆ ਕਿ ਤੁਸੀਂ ਰੂਪ ਕਥਾਵਾਂ ਦੇ ਰਾਹੀਂ ਕਿਉਂ ਸਿਖਾਉਂਦੇ ਆ, ਸਾਫ਼ ਕਿਉਂ ਨਹੀਂ ਸਿਖਾਉਂਦੇ? ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਯਸਾਇਆ ਨਬੀ ਦੇ ਵਿੱਚ ਜੋ ਮਸਾਇਆ ਦੇ ਬਾਰੇ ਦੱਸਿਆ ਗਿਆ ਸੀ ਉਸ ਨੂੰ ਦੱਸਿਆ। ਉਸਨੇ ਕਿਹਾ ਇਹ ਵਾਕ ਪੂਰਾ ਹੋ ਰਿਹਾ। ਤੁਸੀਂ ਸੁਣੋਗੇ ਤਾਂ ਸਹੀ ਪਰ ਸਮਝੋਗੇ ਨਹੀਂ, ਤੁਸੀਂ ਦੇਖੋਗੇ ਤਾਂ ਸਹੀ ਪਰ ਤੁਹਾਡੇ ਪੱਲੇ ਕੁਛ ਨਹੀਂ ਪਵੇਗਾ, ਕਿਉਂਕਿ ਇਹਨਾਂ ਲੋਕਾਂ ਦੇ ਮਨ ਤੇ ਚਰਬੀ ਜੰਮ ਗਈ ਹੈ। ਇਹਨਾਂ ਨੇ ਕੰਨਾਂ ਤੋਂ ਉੱਚਾ ਸੁਣਨ ਲੱਗ ਪਏ ਹਨ। ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿਤੇ ਉਹਨਾਂ ਦੀਆਂ ਅੱਖਾਂ ਦੇਖ ਨਾ ਲੈਣ ਅਤੇ ਇਹਨਾਂ ਦੇ ਕੰਨ ਸੁਣ ਨਾ ਲੈਣ ਅਤੇ ਇਹਨਾਂ ਦੇ ਮਨ ਸਮਝ ਨਾ ਲੈਣ ਔਰ ਇਹ ਪਰਮੇਸ਼ਰ ਦੇ ਵੱਲ ਮੋੜ ਆਉਣ ਔਰ ਉਹ ਇਹਨਾਂ ਨੂੰ ਚੰਗਾ ਕਰੇ। ਪਰ ਇਸ ਦੇ ਵਿੱਚ ਪ੍ਰਭੂ ਨੇ ਇੱਕ ਬਰਕਤ ਦਿੱਤੀ, ਪਰ ਤੁਸੀਂ ਧੰਨ ਹੋ ਕਿਉਂਕਿ ਤੁਹਾਡੀਆਂ ਅੱਖੀਆਂ ਇਹ ਦੇਖਦੀਆਂ ਹਨ, ਤੁਹਾਡੇ ਕੰਨ ਸੁਣਦੇ ਹਨ। ਇਹ ਸੱਚ ਜਾਣੋ ਕਿ ਬਹੁਤ ਸਾਰੇ ਨਬੀਆਂ ਅਤੇ ਨੇਕ ਲੋਕਾਂ ਨੇ ਇਹ ਦੇਖਣਾ ਚਾਹਿਆ ਜੋ ਤੁਸੀਂ ਦੇਖ ਰਹੇ ਹੋ, ਪਰ ਉਹ ਦੇਖ ਨਾ ਸਕੇ। ਇਹ ਸੁਣਨਾ ਚਾਹਿਆ ਜੋ ਤੁਸੀਂ ਸੁਣ ਰਹੇ ਹੋ, ਪਰ ਸੁਣ ਨਾ ਸਕੇ। ਕੀ ਪ੍ਰਭੂ ਯਿਸੂ ਮਸੀਹ ਕਹਿ ਰਹੇ? ਉਤਪਤ ਤੋਂ ਲੈ ਕੇ ਜਿਸ ਵੇਲੇ ਇਨਸਾਨ ਪਾਪ ਦੇ ਵਿੱਚ ਡਿੱਗ ਗਿਆ ਸੀ, ਪਾਪ 'ਚ ਡਿੱਗਣ ਤੋਂ ਬਾਅਦ ਜਿਸ ਵੇਲੇ ਪ੍ਰਭੂ ਨੇ ਉਹਨਾਂ ਨੂੰ ਸਜ਼ਾ ਸੁਣਾਈ ਔਰ ਸਜ਼ਾ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਦੱਸਿਆ ਕਿ ਇਹ ਸਜ਼ਾ ਤੋਂ ਤੁਹਾਨੂੰ ਇੱਕ ਬਚਾਏਗਾ, ਮਸੀਹਾ ਆਏਗਾ, ਉਹ ਬਚਾਏਗਾ। ਔਰ ਉਸਨੇ ਕਿਹਾ ਸੀ ਕਿ ਮੈਂ ਔਰਤ ਦੀ ਸੰਤਾਨ ਔਰ ਸੱਪ ਨੂੰ ਕਿਹਾ ਤੇਰੀ ਸੰਤਾਨ ਦੇ ਵਿੱਚ ਵੈਰ ਪਾਊਂਗਾ, ਤੂੰ ਉਸ ਦੀ ਅੱਡੀ ਡੰਗੇਗਾ ਤੇ ਉਹ ਤੇਰੀ ਸਿਰੀ ਭੇਵੇਗਾ। ਤੂੰ ਉਸ ਦੀ ਅੱਡੀ ਡੰਗੇਗਾ ਤੇ ਉਹ ਤੇਰੀ ਸਿਰੀ ਭੇਵੇਗਾ। ਉਹ ਦੇਖਣਾ ਮੰਗਦੇ ਸੀ ਕਿ ਇਹ ਕਿਹਦੇ ਬਾਰੇ। ਔਰ ਉਸ ਤੋਂ ਬਾਅਦ ਹਵਾ ਦੇ ਕੁੱਖੋਂ ਬੱਚਾ ਪੈਦਾ ਹੋਇਆ, ਉਸਨੇ ਉਹਦਾ ਨਾਂ ਕੈਨਾਨ ਇਹ ਕਹਿ ਕੇ ਰੱਖਿਆ ਕਿ ਪਰਮੇਸ਼ਰ ਨੇ ਜੋ ਮੈਨੂੰ ਕਿਹਾ ਸੀ ਮੈਨੂੰ ਮਿਲ ਗਿਆ। ਉਸਨੇ ਕਿਹਾ ਸੀ ਕਿ ਉਹ ਮੈਨ ਚਾਈਲਡ ਆਏਗਾ, ਉਹ ਬਾਲਕ ਜਿਹੜਾ ਆਏਗਾ ਤੇ ਉਹ ਆ ਕੇ ਸਾਨੂੰ ਸਾਡਿਆਂ ਪਾਪਾਂ ਤੋਂ ਛੁਡਾ ਦੇਗਾ ਤਾਂ ਅਸੀਂ ਬਾਕੀ ਅਦਨ ਦੇ ਬਾਗ 'ਚ ਚੱਲ ਜਾਵਾਂਗੇ। ਪਰ ਉਹਦਾ ਸੁਪਨਾ ਪੂਰਾ ਨਹੀਂ ਹੋਇਆ। ਉਹ ਵੀ ਦੇਖਣਾ ਮੰਗਦੀ ਸੀ ਪਰ ਉਹ ਪੂਰਾ ਨਹੀਂ ਹੋਇਆ, ਕਿਉਂਕਿ ਉਸ ਤੋਂ ਬਾਅਦ ਉਸਦਾ ਇੱਕ ਛੋਟਾ ਭਰਾ ਜੰਮਿਆ। ਉਸਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਔਰ ਆਪ ਭਗੌੜਾ ਹੋ ਗਿਆ। ਔਰ ਉਸ ਤੋਂ ਬਾਅਦ ਅਸੀਂ ਸੈਥ ਤੋਂ ਸਾਰੀ ਲਾਈਨ ਸ਼ੁਰੂ ਹੁੰਦੀ ਦੇਖਦੇ ਹਾਂ। ਔਰ ਫਿਰ ਅਸੀਂ ਦੇਖਦੇ ਹਾਂ ਕਿ ਨੋਹਾ ਦੇ ਸਮੇਂ ਉਹ ਸਮਝਦੇ ਸੀ ਕਿ ਨੋਹਾ ਹੀ ਉਹ ਬਾਲਕ ਆ ਜਿਹੜਾ ਆ ਗਿਆ। ਔਰ ਅਸੀਂ ਦੇਖਦੇ ਹਾਂ ਕਿ ਨੋਹਾ ਨੇ ਬਚਾਉਣੇ ਦੇ ਇੱਕ ਪਾਸੇ ਰਹੇ। ਸਾਰੀ ਦੁਨੀਆ ਦੇ ਵਿੱਚ 8 ਇਨਸਾਨ ਰਹਿ ਗਏ ਜਿਹੜੇ ਬਚੇ ਸੀ, ਬਾਕੀ ਸਾਰੇ ਦੇ ਸਾਰੇ ਪਾਣੀ ਦੇ ਨਾਲ ਮਰ ਗਏ। ਔਰ ਜਿੱਦਾਂ ਸਮਾਂ ਬੀਤਦਾ ਜਾਂਦਾ ਪਿਆ, ਪ੍ਰਭੂ ਦੇ ਲੋਕ ਉਹਦੇ ਆਉਣ ਦੇ ਬਾਰੇ ਦੱਸਦੇ ਪਏ ਆ। ਮੂਸਾ ਉਹਦੇ ਆਉਣ ਦੇ ਬਾਰੇ ਦੱਸਦਾ ਪਿਆ ਕਿ ਮੇਰੇ ਵਰਗਾ ਨਬੀ ਤੁਹਾਡੇ ਵਿੱਚ ਆਏਗਾ, ਤੁਸੀਂ ਉਸ ਦੀ ਸੁਣਨਾ। ਜਿਹੜਾ ਨਹੀਂ ਸੁਣੇਗਾ ਉਹ ਸਜ਼ਾ ਦਾ ਭਾਗੀ ਹੋਏਗਾ। ਔਰ ਇਹ ਕਹਿਣ ਤੋਂ ਬਾਅਦ ਮੂਸਾ ਇਸ ਦੁਨੀਆ ਤੋਂ ਚਲਾ ਗਿਆ। ਉਸ ਤੋਂ ਬਾਅਦ ਅਸੀਂ ਵਚਨ ਦੇ ਵਿੱਚ ਵਾਰ-ਵਾਰ ਇਹ ਚੀਜ਼ ਆਉਂਦੀ ਦੇਖਦੇ ਹਾਂ ਕਿ ਉਸ ਨੇ ਦਾਊਦ ਦੇ ਘਰਾਣੇ ਦੇ ਵਿੱਚ ਆਉਣਾ। ਉਹਦੇ ਨਾਲ ਅਸੀਂ ਸਾਮਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਮੇਰੇ ਪਰਮੇਸ਼ਰ ਨੇ ਮੇਰੇ ਪ੍ਰਭੂ ਨੇ ਮੇਰੇ ਪਰਮੇਸ਼ਰ ਨੂੰ ਕਿਹਾ ਕਿ ਤੂੰ ਮੇਰੇ ਸੱਜੇ ਹੱਥ ਬੈਠ ਜਦ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੂੰ। ਲੇਕਿਨ
ਉਹ ਦੇਖਣ ਤੋਂ ਬਾਅਦ ਉਹ ਵੀ ਦੇਖਣਾ ਮੰਗਦਾ ਸੀ ਕਿ ਪ੍ਰਭੂ ਦਾ ਦਿਨ ਕਿੱਦਾਂ ਦਾ ਆਵੇਗਾ, ਉਹ ਵੀ ਨਹੀਂ ਦੇਖ ਸਕਿਆ। ਔਰ ਉਸ ਤੋਂ ਬਾਅਦ ਜਿਸ ਵੇਲੇ ਅਸੀਂ ਦੂਸਰੇ ਨਬੀ ਆਉਣੇ ਸ਼ੁਰੂ ਹੋ ਗਏ, ਅਸੀਂ ਦੇਖਿਆ ਕਿ ਜਿਸ ਨੂੰ ਨਬੀਆਂ ਦਾ ਪ੍ਰਿੰਸ ਕਿਹਾ ਜਾਂਦਾ, ਯਸਾਇਆ ਨਬੀ ਉਸ ਦੇ ਜਨਮ ਦੀਆਂ ਗੱਲਾਂ ਕਰਦਾ ਪਿਆ। ਯਸਾਇਆ ਨਬੀ ਉਹਦੀਆਂ ਮੌਤ ਦੀਆਂ ਗੱਲਾਂ ਕਰਦਾ ਪਿਆ ਕਿ ਉਹ ਆਏਗਾ ਔਰ ਉਹ ਸਾਨੂੰ ਬਚਾਏਗਾ। ਉਹ ਸਿੱਖਿਆ ਦੇਵੇਗਾ ਜਿਸ ਦੇ ਨਾਲ ਅਸੀਂ ਸਾਡੀ ਜ਼ਿੰਦਗੀ ਬਦਲ ਜਾਊਗੀ, ਸਾਡੇ ਕੋਲ ਨਵਾਂਪਨ ਆਏਗਾ, ਸਾਡੇ ਕੋਲ ਮੁਕਤੀ ਆਊਗੀ, ਸਾਡੇ ਕੋਲ ਸ਼ਾਂਤੀ ਆਊਗੀ। ਉਹ ਸਾਡੇ ਪਾਪਾਂ ਦਾ ਬੋਝ ਚੁੱਕ ਲਏਗਾ ਔਰ ਹੁਣ ਉਹ ਤਿਆਰ ਆ ਕਿ ਕੌਣ, ਉਹ ਨਹੀਂ ਦੇਖ ਸਕਿਆ। ਜਰਮਾਇਆ, ਇੱਕ ਤੋਂ ਬਾਅਦ ਦੂਸਰਾ ਵਚਨ ਜਿਹੜਾ ਜਰਮਾਇਆ ਦਾ ਆ ਰਿਹਾ, ਜਰਮਾਇਆ ਨੂੰ ਪ੍ਰਭੂ ਦੱਸਦਾ ਪਿਆ, ਅਜ਼ੀਕਿਅਲ ਨੂੰ ਪ੍ਰਭੂ ਦੱਸਦਾ ਪਿਆ, ਦਾਨੀਅਲ ਨੂੰ ਪ੍ਰਭੂ ਨੇ ਬਿਲਕੁਲ ਖੋਲ ਕੇ ਸਾਰੀਆਂ ਚੀਜ਼ਾਂ ਦਿਖਾ ਦਿੱਤੀਆਂ ਕਿ ਜਿਸ ਵੇਲੇ ਦਾਨੀਅਲ ਨੂੰ ਪ੍ਰਭੂ ਨੇ ਰਾਜੇ ਨੂੰ ਉਹ ਬੁੱਤ ਦੇ ਦਰਸ਼ਨ ਕਰਵਾਏ ਤੇ ਦਾਨੀਅਲ ਨੇ ਉਸ ਬੁੱਤ ਦਾ ਭੇਤ ਖੋਲ੍ਹਿਆ। ਉਸ ਵਿੱਚ ਦੱਸਿਆ ਕਿ ਸਿਰ ਸੋਨੇ ਦਾ ਇਹ ਤੇਰਾ ਰਾਜ ਆ, ਫਿਰ ਚਾਂਦੀ ਦਾ ਇੱਕ ਤੇਰੇ ਤੋਂ ਬਾਅਦ ਆਏਗਾ, ਫਿਰ ਲੋਹੇ ਦਾ, ਫਿਰ ਮਿਲੀ ਜੁਲੀ ਮਿੱਟੀ। ਫਿਰ ਪ੍ਰਭੂ ਦੀ ਉਹ ਇੱਕ ਚੱਟਾਨ ਤੋਂ ਨਿਕਲ ਕੇ ਇੱਕ ਟੁਕੜਾ ਡਿੱਗ ਕੇ ਉਸ ਬੁੱਤ ਦੇ ਪੈਰਾਂ ਦੇ ਵਿੱਚ ਡਿੱਗੇਗਾ ਤਾਂ ਸਭ ਕੁਝ ਚੂਰ ਹੋ ਜਾਏਗਾ। ਲੇਕਿਨ ਉਸ ਚੱਟਾਨ ਦਾ ਜਿਹੜਾ ਰਾਜ ਆ ਉਹ ਵੱਧਦਾ ਚਲਾ ਜਾਏਗਾ। ਉਸ ਦੇ ਨਾਲ ਪਰਮੇਸ਼ਰ ਦਾ ਰਾਜ ਵੀ ਉਹਦੇ ਨਾਲ ਵੱਧਦਾ ਚਲਿਆ ਜਾਏਗਾ। ਹੁਣ ਉਹ ਵੀ ਤਿਆਰ ਆ, ਦੇਖਣ ਸੁਣਨ ਨੂੰ ਤਿਆਰ ਆ। ਤੇ ਪ੍ਰਭੂ ਕਹਿੰਦਾ ਪੋਥੀ ਨੂੰ ਬੰਦ ਕਰ ਦੇ, ਹਾਲੇ ਸਮਾਂ ਨਹੀਂ ਆਇਆ, ਹਾਲੇ ਸਮਾਂ ਨਹੀਂ ਆਇਆ। ਉਸ ਤੋਂ ਬਾਅਦ ਛੋਟੇ ਨਬੀ ਆ ਜਾਂਦੇ, ਉਹ ਵੀ ਸਾਰੇ ਇੰਤਜ਼ਾਰ ਕਰਦੇ ਕਿ ਪ੍ਰਭੂ ਯਸੂ ਦੀਆਂ ਗੱਲਾਂ ਸੁਣਨੀਆਂ, ਪ੍ਰਭੂ ਯਸੂ ਨੇ ਸਿੱਖਿਆ ਦੇਣੀ ਹੈ, ਉਹ ਆਏਗਾ, ਸਾਡਾ ਮਸੀਹਾ ਆਏਗਾ, ਮਸ਼ੀਹ ਆਏਗਾ, ਉਹ ਸਾਨੂੰ ਸਿਖਾਏਗਾ। ਕਿਸੇ ਨਬੀ ਨੇ ਵੱਡੀ ਪੋਥੀ ਲਿਖੀ ਆ, ਕਿਸੇ ਨੇ ਛੋਟੀ ਲਿਖੀ ਆ, ਕਿਸੇ ਵਿਚਾਰੇ ਦਾ ਇੱਕੋ ਹੀ ਚੈਪਟਰ ਆ। ਪ੍ਰਭੂ ਨੇ ਥੋੜਾ ਸਾਰਿਆਂ ਨੂੰ ਦਿਖਾਇਆ ਔਰ ਉਸ ਉਮੀਦ ਨੂੰ ਉਸਨੇ ਜਾਗਦੇ ਰੱਖਿਆ। ਉਹ ਉਮੀਦ ਦਿਨ ਬ ਦਿਨ ਉਹਨਾਂ ਦੇ ਵਿੱਚ ਜਾਗਦੀ ਪਈ ਹੈ ਕਿ ਮਸੀਹਾ ਆਏਗਾ, ਮਸੀਹਾ ਆਏਗਾ, ਮਸੀਹਾ ਆਏਗਾ। ਦੇਸ਼ ਦੇ ਦੋ ਟੋਟੇ ਹੋ ਗਏ, ਵੰਡ ਹੋ ਗਏ। ਇੱਕ ਪਾਸੇ ਯਹੂਦੀਆ ਚਲਾ ਗਿਆ, ਦੂਸਰੇ ਪਾਸੇ ਸਾਮਰੀਆ ਦੇ ਲੋਕ ਸਮੈਰਿਟਨ ਬਣ ਗਏ, ਉਹ ਆਮ ਲੋਕਾਂ ਦੇ ਵਿੱਚ ਰਲ ਗਏ। ਲੇਕਿਨ ਇੱਕ ਚੀਜ਼ ਜਿਹੜੀ ਸੀਗੀ ਦੋਨਾਂ ਨੂੰ ਇਕੱਠਾ ਰੱਖਦੀ ਸੀ, ਮਸੀਹਾ ਆਏਗਾ, ਉਹ ਸਿਖਾਏਗਾ। ਕੀ ਮਸੀਹਾ ਸਿਖਾਏਗਾ? ਜਦੋਂ ਮਸੀਹਾ ਆਏਗਾ, ਕਿਸ ਤਰ੍ਹਾਂ ਮਸੀਹਾ ਸਿਖਾਏਗਾ? ਜਿਸ ਲਈ ਮਸੀਹਾ ਆਏਗਾ। ਅਸੀਂ ਵਚਨ ਦਾ ਇੱਕ ਬੜਾ ਪਿਆਰਾ ਹਿੱਸਾ ਆ ਜਿਸ ਦੀ ਇੰਟਰਪ੍ਰੀਟੇਸ਼ਨ ਅਸੀਂ ਦੋ ਤਰੀਕੇ ਨਾਲ ਕਰਦੇ ਹਾਂ ਔਰ ਦੋਨੇ ਤਰੀਕੇ ਠੀਕ ਆ। ਕਿ ਹੇ ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਹੇ ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਮੇਰਾ ਜੂੜਾ ਲਵੋ ਅਤੇ ਆਪਣੇ ਉੱਤੇ ਰੱਖੋ, ਮੇਰੇ ਕੋਲੋਂ ਸਿੱਖੋ ਕਿ ਮੈਂ ਦਿਲ ਦਾ ਨਰਮ ਔਰ ਆਤਮਾ ਦਾ ਦੀਨ ਹਾਂ ਅਤੇ ਤੁਸੀਂ ਆਰਾਮ ਪਾਓਗੇ, ਕਿਉਂਕਿ ਮੇਰਾ ਜੂੜਾ ਸੌਖਾ ਅਤੇ ਮੇਰਾ ਭਾਰ ਹਲਕਾ ਹੈ। ਅਸੀਂ ਇਸ ਨੂੰ ਪੜ੍ਹਦੇ ਔਰ ਅਸੀਂ ਆਪਣੇ ਭੈਣ ਭਰਾਵਾਂ ਨੂੰ, ਖਾਸ ਕਰਕੇ ਜਿਸ ਵੇਲੇ ਜਿਹੜੇ ਲੋਕ ਪ੍ਰਭੂ ਦੇ ਕੋਲ ਨਵੇਂ ਆਏ ਆ ਜਾਂ ਹਾਲੇ ਪ੍ਰਭੂ ਨੇ ਉਹਨਾਂ ਦਾ ਰਸਤਾ ਨਹੀਂ ਖੋਲ੍ਹਿਆ, ਹਾਲੇ ਉਹਨਾਂ ਨੇ ਪ੍ਰਭੂ ਨੂੰ ਸਵੀਕਾਰ ਨਹੀਂ ਕੀਤਾ, ਇਹ ਸਾਡਾ ਫੇਵਰਟ ਹਿੱਸਾ ਆ ਜਿਹੜਾ ਅਸੀਂ ਉਹਨਾਂ ਨੂੰ ਦਿੰਦੇ ਕਿ ਮੇਰੀ ਭੈਣ, ਮੇਰੇ ਭਰਾ, ਇਹ ਜਿਹੜਾ ਭਾਰ ਤੂੰ ਆਪ ਚੁੱਕੀ ਫਿਰਦਾ, ਇਹ ਤੂੰ ਇਹ ਚੁੱਕ ਕੇ ਨਹੀਂ ਜੀ ਸਕਦਾ। ਸੋ ਤੈਨੂੰ ਪ੍ਰਭੂ ਦੇ ਕੋਲ ਆਉਣਾ ਪੈਣਾ, ਕਿਉਂਕਿ ਪ੍ਰਭੂ ਯਿਸੂ ਨੇ ਕਿਹਾ ਕਿ ਇਹ ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਬਿਲਕੁਲ ਪ੍ਰਭੂ ਯਿਸੂ ਮਸੀਹ ਨੇ ਇਹ ਕਿਹਾ। ਮੈਂ ਇਸ ਦੀ ਬਿਲਕੁਲ ਕਿਸੇ ਵੀ ਤਰ੍ਹਾਂ ਖੰਡਨਾ ਨਹੀਂ ਕਰਨੀ ਮੰਗਦਾ। ਔਰ ਸਾਨੂੰ ਇਹ ਜਿਹੜਾ ਹਿੱਸਾ ਆ 27ਵਾਂ ਦਾ ਜਿਹੜਾ 28 ਜਿਹੜਾ ਹੈਗਾ ਆ ਚੈਪਟਰ 11 ਦੀ, ਮੱਤੀ ਦੇ 11ਵੇਂ ਚੈਪਟਰ ਦੀ 28 ਤੋਂ ਲੈ ਕੇ 30 ਆਇਤ, ਇਸ ਦਾ ਵੱਧ ਤੋਂ ਵੱਧ ਸਾਨੂੰ ਭੈਣਾਂ ਭਰਾਵਾਂ ਨੂੰ ਦੱਸਣਾ ਚਾਹੀਦਾ ਔਰ ਦੱਸਦੇ ਰਹਿਣਾ ਚਾਹੀਦਾ ਤਾਂ ਕਿ ਸਾਡੇ ਭੈਣ ਭਰਾ ਬਰਕਤ ਪਾਉਣ। ਪਰ ਪ੍ਰਭੂ ਦਾ ਇਹ ਵਚਨ ਇਹ ਚੀਜ਼ ਨਹੀਂ ਸਿਖਾਉਂਦਾ। ਪ੍ਰਭੂ ਦਾ ਇਹ ਵਚਨ ਬਿਲਕੁਲ ਵੱਖਰੀ ਚੀਜ਼ ਸਿਖਾਉਂਦਾ। ਜਿਸ ਵੇਲੇ ਅਸੀਂ ਇਸ ਨੂੰ ਕੰਟੈਕਸਟ ਦੇ ਵਿੱਚ ਪੜ੍ਹਦੇ ਹਾਂ, ਜਿਸ ਵੇਲੇ ਇਸ ਨੂੰ ਅਸੀਂ ਸਾਰੇ ਚੈਪਟਰ ਨੂੰ ਲੈ ਕੇ ਪੜ੍ਹਦੇ ਹਾਂ, ਔਰ ਜਿਹੜਾ ਸਾਰਾ ਚੈਪਟਰ ਆ ਉਹ ਇਹ ਹੈ ਕਿ ਉਹ ਪ੍ਰਭੂ ਨੂੰ ਜਿਹੜੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ
ਆਪਣੇ ਲੋਕ ਪ੍ਰਭੂ ਯਿਸੂ ਮਸੀਹ ਤੋਂ ਘੱਲੇ। ਇਸ ਵੇਲੇ ਉਹ ਕੈਦ ਦੇ ਵਿੱਚ ਆ। ਪ੍ਰਭੂ ਨੇ ਉਸਦੀ ਇੱਕੋ ਜਵਾਬ ਵਿਚਾਰੇ ਦੀ ਲਾਈ ਸੀ ਕਿ ਉਹ ਬਪਤਿਸਮਾ ਦੇਵੇਗਾ ਲੋਕਾਂ ਨੂੰ, ਔਰ ਉਹ ਇੱਕ ਨੂੰ ਐਸੇ ਨੂੰ ਬਪਤਿਸਮਾ ਦੇਵੇਗਾ ਕਿ ਜਦੋਂ ਉਹ ਉਸ ਨੂੰ ਬਪਤਿਸਮਾ ਦੇਵੇਗਾ ਤੇ ਜਿਸ ਵੇਲੇ ਉਹ ਬਾਹਰ ਆਏਗਾ ਤੇ ਪਵਿੱਤਰ ਆਤਮਾ ਸਵਰਗ ਤੋਂ ਉਹਦੇ ਉੱਤੇ ਉਤਰੇਗੀ ਔਰ ਉਹ ਸਵਰਗ ਤੋਂ ਉਸ ਨੂੰ ਧੁਨੀ ਸੁਣਾਈ ਦੇਵੇਗੀ। ਜਿਸ ਵੇਲੇ ਉਸਨੇ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ, ਪ੍ਰਭੂ ਯਿਸੂ ਮਸੀਹ ਪਾਣੀ ਤੋਂ ਬਾਹਰ ਆਏ, ਸਵਰਗ ਖੁੱਲ੍ਹ ਗਿਆ, ਪਵਿੱਤਰ ਆਤਮਾ ਉੱਪਰੋਂ ਉਪਰਿਆ ਔਰ ਪ੍ਰਭੂ ਯਿਸੂ ਮਸੀਹ ਦੇ ਉੱਤੇ ਉਹ ਆ ਗਿਆ, ਔਰ ਨਾਲ ਹੀ ਉੱਤੋਂ ਆਵਾਜ਼ ਆਈ, ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਉਹਦੀ ਜੌਬ ਖਤਮ ਹੋ ਗਈ। ਦੋ ਲੋਕ ਜਿਨ੍ਹਾਂ ਨੂੰ ਪ੍ਰਭੂ ਦੀ ਬਰਕਤ ਇਹ ਮਿਲੀ ਆ, ਉਸਨੇ ਕਿਹਾ ਸੀਗਾ ਕਿ ਲੋਕ ਤਰਸਦੇ ਰਹਿ ਗਏ ਜੋ ਤੁਹਾਡੀਆਂ ਅੱਖਾਂ ਦੇਖਦੀਆਂ ਪਈਆਂ, ਜੋ ਤੁਹਾਡੇ ਕੰਨ ਸੁਣਦੇ ਪਏ ਆ। ਉਹਨਾਂ ਦੀਆਂ ਅੱਖਾਂ ਤਰਸ ਗਈਆਂ, ਉਹਨਾਂ ਦੇ ਕੰਨ ਤਰਸ ਗਏ। ਨਬੀ ਰਾਜੇ ਇਹਨਾਂ ਚੀਜ਼ਾਂ ਨੂੰ ਲੱਭਦੇ ਸੀਗੇ ਜੋ ਤੁਹਾਨੂੰ ਮਿਲ ਗਿਆ। ਜਿਸ ਲਈ ਅਸੀਂ ਮੰਦਿਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਬੱਚੇ ਸੀਗੇ, ਜਿਹੜੇ ਮੰਦਿਰ ਦੇ ਵਿੱਚ ਲਿਜਾਏ ਗਏ ਤੇ ਉੱਥੇ ਸ਼ਮਾਉਨ ਨਾਂ ਦਾ ਇੱਕ ਬਜ਼ੁਰਗ ਸੀਗਾ। ਉਸਨੇ ਪਵਿੱਤਰ ਆਤਮਾ ਦੇ ਨਾਲ ਭਰਿਆ ਸੀ ਔਰ ਪ੍ਰਭੂ ਨੇ ਉਸਨੇ ਇੱਕ ਵਾਅਦਾ ਕੀਤਾ ਸੀਗਾ ਕਿ ਜਦ ਤੱਕ ਤੂੰ ਦੇਖ ਨਹੀਂ ਲਏਗਾ, ਜਦ ਤੱਕ ਤੂੰ ਮੁਕਤੀ ਦੇਖ ਨਹੀਂ ਲਏਗਾ, ਤੇਰੀ ਮੌਤ ਨਹੀਂ ਹੋਏਗੀ। ਔਰ ਜਿੱਦਾਂ ਹੀ ਉਸਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਗੋਦ ਦੇ ਵਿੱਚ ਲਿਆ, ਕਹਿੰਦਾ ਉਸਨੇ ਪ੍ਰਭੂ ਦਾ ਸ਼ੁਕਰ ਕਰਦਿਆਂ ਕਿਹਾ ਕਿ ਤੂੰ ਆਪਣੇ ਵਾਅਦੇ ਨੂੰ ਪੂਰਾ ਕੀਤਾ। ਅੱਜ ਮੈਂ ਆਪਣੀ ਮੁਕਤੀ ਨੂੰ ਦੇਖ ਲਿਆ, ਅੱਜ ਮੈਂ ਆਪਣੀ ਮੁਕਤੀ ਨੂੰ ਦੇਖ ਲਿਆ। ਇਸੇ ਤਰ੍ਹਾਂ ਯਹੂਨਾ ਦੀ ਜਵਾਬ ਸੀ ਕਿ ਉਹ ਮਸੀਹਾ ਨੂੰ ਦੇਖੇਗਾ, ਪਵਿੱਤਰ ਆਤਮਾ ਨੂੰ ਆਉਂਦਾ ਦੇਖੇਗਾ। ਔਰ ਉਸਨੇ ਉਸੇ ਵੇਲੇ ਬਾਹਰ ਆ ਕੇ ਚੇਲਿਆਂ ਨੂੰ, ਆਪਣੇ ਚੇਲਿਆਂ ਨੂੰ ਕਹਿਤਾ, ਦੇਖੋ ਪਰਮੇਸ਼ਰ ਦਾ ਮੇਮਣਾ ਜੋ ਸਾਰਿਆਂ ਦੇ ਪਾਪ ਚੁੱਕ ਕੇ ਲੈ ਜਾਂਦਾ, ਉਸ ਦੇ ਕੋਲ ਜਾਓ। ਉਸਨੇ ਆਪਣੇ ਚੇਲੇ ਉੱਥੇ ਘੱਲਤੇ, ਲੇਕਿਨ ਹੁਣ ਜੇਲ੍ਹ ਦੇ ਵਿੱਚ ਆ ਵਿਚਾਰਾ ਔਰ ਉੱਥੇ ਕੋਈ ਖਬਰ ਵੀ ਨਹੀਂ ਪਹੁੰਚ ਰਹੀ। ਤਾਂ ਉਸਨੇ ਪੁੱਛਿਆ ਕਿ ਤੂੰ ਹੀ ਆ ਕਿ ਕਿਸੇ ਹੋਰ ਦਾ ਇੰਤਜ਼ਾਰ ਕਰੀਏ? ਪ੍ਰਭੂ ਯਿਸੂ ਮਸੀਹ ਨੇ ਉਸਨੂੰ ਕਿਹਾ ਕਿ ਉਸ ਨੂੰ ਜਾ ਕੇ ਦੱਸ ਦਿਓ ਕਿ ਲੰਗੜੇ ਚੱਲਦੇ ਪਏ ਆ, ਅੰਨੇ ਦੇਖਦੇ ਪਏ, ਬਿਮਾਰ ਠੀਕ ਹੋ ਰਹੇ ਆ, ਮੁਰਦੇ ਜਿੰਦੇ ਹੁੰਦੇ ਪਏ ਆ, ਔਰ ਗਰੀਬਾਂ ਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ। ਗਰੀਬਾਂ ਨੂੰ ਪ੍ਰਭੂ ਦਾ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ। ਕਹਿਣ ਦਾ ਕੀ ਮਤਲਬ, ਉਹ ਲੋਕ ਜਿਨ੍ਹਾਂ ਨੂੰ ਇਹ ਕਹਿ ਕੇ ਘੱਲ ਦਿੱਤਾ ਜਾਂਦਾ ਸੀ, ਇਹ ਤਾਂ ਮੂਰਖ ਲੋਕ ਹੈ, ਇਹਨਾਂ ਦੇ ਕਿਹੜਾ ਪੱਲੇ ਪੈਣਾ, ਇਹਨਾਂ ਦੇ ਕੀ ਪੱਲੇ ਪੈਣਾ ਜਿਹੜਾ ਤੁਸੀਂ ਇਹਨਾਂ ਨੂੰ ਬੁਲਾ ਕੇ ਇੱਥੇ ਇਕੱਠੇ ਕਰ ਲਿਆ। ਇਹ ਤਾਂ ਮੱਝ ਦੇ ਮੋਹਰੇ ਬੀਨ ਵਜਾਉਣ ਵਾਲੀ ਗੱਲ ਆ, ਜਿਹੜਾ ਤੁਸੀਂ ਇਹਨਾਂ ਨੂੰ ਤਰੇਤ ਦੇ ਵਿੱਚੋਂ ਦੱਸਦੇ ਪਏ। ਇਹਨਾਂ ਨੇ ਕਿਹੜਾ ਸੁਣਨਾ, ਇਹਨਾਂ ਨੂੰ ਜਾਣ ਦਿਓ। ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਹੀ ਲੋਕਾਂ ਦੇ ਕੋਲ ਗਿਆ ਔਰ ਉਹਨਾਂ ਹੀ ਲੋਕਾਂ ਨੂੰ ਉਹ ਸਿੱਖਿਆ ਦੇ ਰਿਹਾ ਔਰ ਉਹਨਾਂ ਹੀ ਲੋਕਾਂ ਨੂੰ ਉਹ ਸਮਝਾ ਰਿਹਾ, ਪ੍ਰਭੂ ਦਾ ਵਚਨ ਦੱਸ ਰਿਹਾ। ਔਰ ਜਿਸ ਵੇਲੇ ਸਭ ਕੁਝ ਦੱਸਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਆਪਣੇ ਪ੍ਰਭੂ ਪਰਮੇਸ਼ਵਰ ਦੇ ਮੂਹਰੇ ਦੁਆ ਕਰਦੇ ਪਏ, ਬਾਪ ਦੇ ਮੂਹਰੇ ਦੁਆ ਕਰਦੇ ਪਏ ਆ ਔਰ ਖੁਸ਼ੀ ਦੇ ਨਾਲ ਇਹ ਦੁਆ ਕਰਦੇ ਹੋਏ ਕਹਿੰਦੇ ਆ 25ਵੀਂ ਆਇਤ ਦੇ ਵਿੱਚ 11ਵਾਂ ਭਾਗ 25ਵੀਂ ਆਇਤ, ਉਸ ਵੇਲੇ ਪ੍ਰਭੂ ਯਿਸੂ ਨੇ ਕਿਹਾ, ਹੇ ਪਿਤਾ ਸਵਰਗ ਔਰ ਧਰਤੀ ਦੇ ਮਾਲਕ, ਮੈਂ ਤੈਨੂੰ ਧੰਨਵਾਦ ਦਿੰਦਾ ਹਾਂ ਕਿ ਤੂੰ ਇਹ ਭੇਤ ਬੁੱਧੀਮਾਨਾਂ ਗਿਆਨੀਆਂ ਦੇ ਕੋਲੋਂ ਗੁਪਤ ਰੱਖੇ, ਪਰ ਉਹਨਾਂ ਹੀ ਭੇਤਾਂ ਨੂੰ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ। ਹੈ ਪਿਤਾ, ਤੈਨੂੰ ਇਹੋ ਹੀ ਚੰਗਾ ਲੱਗਾ। ਮੇਰੇ ਪਿਤਾ ਨੇ ਸਭ ਕੁਝ ਮੈਨੂੰ ਦੇ ਦਿੱਤਾ ਹੈ। ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦਾ ਹੈ, ਤੇ ਕੋਈ ਨਹੀਂ ਜਾਣਦਾ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ, ਜਾਂ ਉਹ ਆਦਮੀ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਦਾ ਹੈ। ਔਰ ਫਿਰ ਉਹ ਲੋਕਾਂ ਨੂੰ ਕਹਿ ਰਹੇ ਆ, ਤੁਸੀਂ ਜਿਹੜੇ ਥੱਕੇ ਤੇ ਭਾਰ ਦੇ ਹੇਠਾਂ ਦੱਬੇ ਹੋਏ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਤੁਸੀਂ ਜਿਨ੍ਹਾਂ ਨੂੰ ਕੁਛ ਨਹੀਂ ਦੱਸਿਆ ਜਾ ਰਿਹਾ, ਜਿਹੜੇ ਆਪਣੇ ਪਾਪਾਂ ਦੇ ਭਾਰ ਥੱਲੇ ਦੱਬੇ ਹੋ ਆ, ਜਿਨ੍ਹਾਂ ਨੂੰ ਆਪਣੇ ਸੱਜੇ ਹੱਥ ਨੂੰ ਨਹੀਂ ਪਤਾ ਖੱਬਾ ਕੀ ਆ, ਔਰ ਜਿਨ੍ਹਾਂ ਨੂੰ ਕੋਈ ਸਿਖਾ ਨਹੀਂ ਰਿਹਾ,
ਜਿਨ੍ਹਾਂ ਨੂੰ ਕੋਈ ਵਚਨ ਦੇ ਬਾਰੇ ਦੱਸ ਨਹੀਂ ਰਿਹਾ, ਜਿਨ੍ਹਾਂ ਨੂੰ ਲੋਕ ਮੂਰਖ ਕਹਿ ਰਹੇ ਆ, ਜਿਨ੍ਹਾਂ ਨੂੰ ਲੋਕ ਜੈਂਟਾਈਲ ਦੂਜੀਆਂ ਕੌਮਾਂ ਕਹਿ ਰਹੇ ਆ, ਜਿਨ੍ਹਾਂ ਨੂੰ ਸਾਮਰੀ ਕਿਹਾ ਜਾਂਦਾ, ਜਿਨ੍ਹਾਂ ਨੂੰ ਨੀਵੀਂ ਜਾਤ ਕਿਹਾ ਜਾਂਦਾ, ਜਿਨ੍ਹਾਂ ਨੂੰ ਅਗਰ ਉਹਨਾਂ ਦੇ ਕੰਨ ਦੇ ਵਿੱਚ ਕਿਸੇ ਵੇਦ ਦੀ ਬਾਣੀ ਪੈ ਵੀ ਜਾਵੇ ਤੇ ਕੰਨ ਦੇ ਵਿੱਚ ਗਰਮ ਤੇਲ ਪਾ ਦਿੱਤਾ ਜਾਂਦਾ, ਕਿਉਂਕਿ ਉਹ ਯੋਗ ਨਹੀਂ। ਉਹ ਯੋਗ ਨਹੀਂ। ਉਹਨਾਂ ਨੂੰ ਕਹਿ ਰਿਹਾ ਹੈ, ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਮੇਰਾ ਜੂੜਾ ਲਓ, ਆਪਣੇ ਉੱਤੇ ਰੱਖੋ, ਮੇਰੇ ਕੋਲੋਂ ਸਿੱਖੋ। ਇਹ ਕੀ ਵਰਸਾ, ਮੇਰੇ ਕੋਲੋਂ ਸਿੱਖੋ, ਮੈਂ ਦਿਲ ਦਾ ਨਰਮ, ਆਤਮਾ ਦਾ ਦੀਨ ਹਾਂ। ਮੈਂ ਇਹਨਾਂ ਫਰੀਸੀਆਂ ਵਰਗਾ ਨਹੀਂ। ਮੈਂ ਤੁਹਾਡੇ ਆਪਣੇ ਲੈਵਲ ਤੇ ਲਿਆ ਕੇ ਉਹਨਾਂ ਚੀਜ਼ਾਂ ਨੂੰ ਖੋਲੂੰਗਾ। ਮੈਂ ਤੁਹਾਡੇ ਹਰ ਰੋਜ਼ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਚੀਜ਼ਾਂ ਨੂੰ ਖੋਲੂੰਗਾ ਕਿ ਤੁਸੀਂ ਆਰਾਮ ਦੇ ਨਾਲ ਉਹਨਾਂ ਚੀਜ਼ਾਂ ਨੂੰ ਸਮਝ ਸਕੋ ਔਰ ਆਪਣੀ ਮੁਕਤੀ ਨੂੰ ਸਮਝ ਸਕੋ ਔਰ ਆਪਣੇ ਮੁਕਤੀ ਦਾਤੇ ਨੂੰ ਸਮਝ ਸਕੋ ਔਰ ਤੁਸੀਂ ਮੇਰੇ ਕੋਲ ਆਓ ਔਰ ਮੁਕਤੀ ਪਾਓ। ਮੈਂ ਤੁਹਾਡੀਆਂ ਕੰਨਾਂ ਨੂੰ ਖੋਲੂੰਗਾ, ਮੈਂ ਤੁਹਾਡੀਆਂ ਅੱਖਾਂ ਨੂੰ ਖੋਲੂੰਗਾ, ਮੈਂ ਤੁਹਾਡਿਆਂ ਮਨਾਂ ਨੂੰ ਖੋਲੂੰਗਾ ਕਿ ਤੁਸੀਂ ਪ੍ਰਭੂ ਦੇ ਉਸ ਵੱਡੇ ਗਿਆਨ ਨੂੰ ਜਾਣ ਸਕੋ, ਉਸ ਪ੍ਰਭੂ ਦੀ ਵੱਡੀ ਯੋਜਨਾ ਨੂੰ ਜਾਣ ਸਕੋ ਜੋ ਪ੍ਰਭੂ ਨੇ ਤੁਹਾਡੇ ਲਈ ਰੱਖੀ ਹੈ। ਇਹ ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੇਰੇ ਕੋਲੋਂ ਸਿੱਖੋ। ਮੈਂ ਦਿਲ ਦਾ ਨਰਮ, ਆਤਮਾ ਦਾ ਦੀਨ ਹਾਂ, ਤੁਸੀਂ ਆਰਾਮ ਪਾਓਗੇ, ਕਿਉਂਕਿ ਮੇਰਾ ਜੋੜਾ ਸੌਖਾ ਤੇ ਮੇਰਾ ਭਾਰ ਹੌਲਾ ਹੈ। ਮੈਂ ਵੱਡੀਆਂ ਗੱਲਾਂ ਨਹੀਂ ਕਰੂੰਗਾ। ਮੈਂ ਸਿੱਖਿਆਵਾਂ ਦੇ ਵਿੱਚ ਯੀਸਟ ਪਾ ਕੇ, ਸਿੱਖਿਆਵਾਂ ਦੇ ਵਿੱਚ ਖਮੀਰ ਪਾ ਕੇ ਉਹਨਾਂ ਨੂੰ ਵੱਡੀਆਂ ਕਰਕੇ ਨਹੀਂ ਦਿਖਾਊਂਗਾ। ਮੈਂ ਨਿਵਾਲਿਆਂ ਦੇ ਨਾਲ ਤੁਹਾਨੂੰ ਖਿਲਾਊਂਗਾ, ਛੋਟੇ ਨਿਵਾਲੇ ਕਰਕੇ ਤੁਹਾਨੂੰ ਖਿਲਾਊਂਗਾ ਔਰ ਫਿਰ ਤੁਸੀਂ ਜਾਣੋਗੇ ਕਿ ਮੈਂ ਪਰਮੇਸ਼ਵਰ ਹਾਂ, ਮੈਂ ਪ੍ਰਭੂ ਹਾਂ। ਫਿਰ ਤੁਸੀਂ ਜਾਣੋਗੇ ਕਿ ਮੈਂ ਕੌਣ ਹਾਂ। ਜਦ ਤੁਹਾਡਾ ਭਾਰ ਹਲਕਾ ਹੋ ਜਾਏਗਾ ਔਰ ਜਦ ਇਹ ਫਰੀਸੀਆਂ ਤੇ ਸਦੂਕੀਆਂ ਦਾ ਜਿਹੜਾ ਖਮੀਰ ਆ ਉਹ ਖਾ ਕੇ ਜਿਸ ਤਰ੍ਹਾਂ ਤੁਹਾਡੇ ਮਨ ਅੱਕੇ ਪਏ ਆ, ਜਿਸ ਲਈ ਤੁਸੀਂ ਮੇਰੀ ਬੇਖਮੀਰੀ ਰੋਟੀ ਖਾਓਗੇ ਤੇ ਤੁਹਾਡਾ ਪੇਟ ਵੀ ਭਰੇਗਾ ਔਰ ਉਸ ਦੇ ਨਾਲ ਤੁਹਾਡੀਆਂ ਅੱਖਾਂ ਵੀ ਖੁੱਲਣਗੀਆਂ, ਤੁਹਾਡੇ ਕੰਨ ਵੀ ਖੁੱਲਣਗੇ। ਜਿਹੜੀਆਂ ਸਿੱਖਿਆਵਾਂ ਅਸੀਂ ਪ੍ਰਭੂ ਯਿਸੂ ਮਸੀਹ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਜਾ ਰਹੇ ਹਾਂ। ਮੇਰੇ ਪਿਆਰੇ ਭੈਣਾਂ ਤੇ ਭਰਾਓ, ਪ੍ਰਭੂ ਨੇ ਇੰਨੀ ਸਰਲਤਾ ਦੇ ਨਾਲ ਸਾਨੂੰ ਆਪਣਾ ਸਾਰਾ ਉਦੇਸ਼ ਸਮਝਾਇਆ ਕਿ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਆਤਮਿਕ ਤੌਰ ਤੇ ਉਸਨੇ ਸਾਨੂੰ ਪ੍ਰਭੂ ਦੇ ਨਾਲ ਜੋੜਿਆ। ਮਨ, ਤਨ, ਆਤਮਾ ਨੂੰ ਉਸਨੇ ਇਕਾਗਰ ਕੀਤਾ ਔਰ ਸਾਡਾ ਜਿਹੜਾ ਤਾਲਮੇਲ ਇਨਸਾਨ ਦੇ ਨਾਲ ਉਸਨੇ ਕਿੱਦਾਂ ਵਧਾਇਆ ਔਰ ਕਿਸ ਤਰ੍ਹਾਂ ਬਣਾਇਆ। ਇਹ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਸਰਮਨ ਔਨ ਦਾ ਮਾਊਂਟ, ਪ੍ਰਭੂ ਯਿਸੂ ਮਸੀਹ ਨੇ ਉਸ ਪਹਾੜੀ ਉਪਦੇਸ਼ ਦੇ ਵਿੱਚ ਸਾਨੂੰ ਕੀ ਸਿਖਾਇਆ ਕਿ ਜਿਹੜਾ ਬਿਲਕੁਲ ਅਲੱਗ ਸੀ, ਕਿ ਸੁਣਨ ਤੋਂ ਬਾਅਦ ਲੋਕੀ ਹੈਰਾਨ ਰਹਿ ਗਏ ਕਿ ਇੱਦਾਂ ਦੀ ਸਿੱਖਿਆ ਕਦੀ ਨਹੀਂ ਸੁਣੀ, ਇੱਦਾਂ ਦੀ ਸਿੱਖਿਆ ਦਿੰਦਾ ਕਦੀ ਕੋਈ ਨਹੀਂ ਦੇਖਿਆ, ਇੱਦਾਂ ਦੇ ਵਚਨ ਅਸੀਂ ਕਦੀ ਨਹੀਂ ਸੁਣੇ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ। ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਅੱਜ ਦਾ ਦਿਨ ਭੂਮਿਕਾ ਦਾ ਦਿਨ ਸੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੈਪਟਰ 5, 6, 7 ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ। ਮੱਤੀ ਦਾ। ਲੈਟ ਅਸ ਪ੍ਰੇ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ, ਤੇਰੇ ਪਵਿੱਤਰ ਵਚਨ ਦੇ ਲਈ ਜੋ ਤੂੰ ਸਾਨੂੰ ਦਿੱਤਾ, ਤੇਰੀਆਂ ਸਿੱਖਿਆਵਾਂ ਜੋ ਪ੍ਰਭੂ ਜੀ ਸਾਡੇ ਹਰ ਰੋਜ਼ ਦੀ ਜ਼ਿੰਦਗੀ ਦੇ ਲਈ ਆ, ਜੋ ਸਾਡੇ ਸਰੀਰ ਦੇ ਲਈ ਆ, ਜੋ ਸਾਡੀ ਆਤਮਾ ਦੇ ਲਈ ਆ, ਇਸ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਮੇਰੇ ਭੈਣਾਂ ਭਰਾਵਾਂ ਦੇ ਉੱਤੇ ਪ੍ਰਭੂ ਜੀ ਤੂੰ ਆਪਣਾ ਰਹਿਮ ਪਾ ਕੇ ਰੱਖੀ ਔਰ ਮੇਰੇ 'ਤੇ ਵੀ, ਜਿਸ ਲਈ ਤੂੰ ਉਹਨਾਂ ਨੂੰ ਸਿਖਾਈ, ਮੈਨੂੰ ਵੀ ਸਿਖਾਈ, ਤਾਂ ਕਿ ਅਸੀਂ ਪ੍ਰਭੂ ਜੀ ਇਸ ਨੂੰ ਤੇਰੀ ਇਸ ਸ਼ੁੱਧਤਾ ਨੂੰ, ਤੇਰੀ ਇਸ ਮਿਠਾਸ ਨੂੰ ਵੰਡ ਕੇ ਮੇਰੇ ਹੱਥ ਵੀ ਮਿੱਠੇ ਹੋਣ। ਤੂੰ ਸਾਡੇ ਭੈਣ ਭਰਾਵਾਂ ਦੀਆਂ ਜ਼ਰੂਰਤਾਂ ਨੂੰ ਜਾਣਦਾ ਪ੍ਰਭੂ ਜੀ, ਤੂੰ ਉਹਨਾਂ ਨੂੰ ਪੂਰੀਆਂ ਕਰ। ਬਾਕੀ ਦਾ ਸਮਾਂ ਤੂੰ ਸਾਡੇ ਨਾਲ ਬਣਿਆ ਰਹਿ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ